ਵਿਚਾਰ ਦੇ ਵਿਸ਼ੇ ਨੂੰ ਅੱਗੇ ਤੋਰਦਿਆਂ ਹੋਇਆਂ ਹੁਣ ਇਸ ਗੱਲ ਦੀ ਵਿਚਾਰ ਕੀਤੀ ਜਾਏਗੀ ਕਿ ਧਰਮ ਰਾਜ ਕੀ ਹਨ ਔਰ ਧਰਮ ਰਾਜ ਸੰਬੰਧੀ ਵਿਚਾਰ ਸਾਂਝੇ ਕਰਾਂਗੇ। ਇਸ ਵਿਸ਼ੇ ਦਾ ਨਾਂ ਹੈ ਧਰਮ ਰਾਜ ਅਥਵਾ ਰੱਬੀ ਨਿਯਮਾਵਲੀ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸੰਸਕ੍ਰਿਤ ਗ੍ਰੰਥਾਂ ਵਿੱਚ ਧਰਮ ਅਤੇ ਧਰਮ ਰਾਜ ਦਾ ਨਾਮ ਯਮ ਅਥਵਾ ਯਮ ਰਾਜ ਦਾ ਹੈ। ਗੁਰਮਤਿ ਵਿੱਚ ਨਿਆਂਕਾਰੀ ਕਰਤਾਰ ਲਈ ਇਹ ਸ਼ਬਦ ਵਰਤਿਆ ਹੈ। ਪੌਰਾਣਿਕ ਧਰਮ ਰਾਜ ਦਾ ਸਿੱਖਾਂ ਨਾਲ ਵਾਹ ਵਾਸਤਾ ਨਹੀਂ ਪੈਂਦਾ ਅਤੇ ਨਾ ਸਿੱਖਾਂ ਨੂੰ ਯਮ ਰਾਜ ਦਾ ਭੈ ਸੰਤਾਪ ਦਿੰਦਾ ਹੈ। ਇਹ ਬੋਲ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਅੰਕਿਤ ਕੀਤੇ ਹੋਏ ਹਨ। ਗੁਰਬਾਣੀ ਵਿੱਚ ਜਿੱਥੇ ਮੁਸਲਮਾਨੀ ਸੱਭਿਆਚਾਰ ਦੀ ਸ਼ਬਦਾਵਲੀ ਆਈ ਹੈ ਉੱਥੇ ਬ੍ਰਾਹਮਣੀ ਕਰਮਕਾਂਡ ਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਹੈ। ਇਸਲਾਮਕ ਸੱਭਿਆਚਾਰ ਦੀ ਤਹਿ ਬਹੁਤੀ ਨਹੀਂ ਚੜ੍ਹ ਸਕੀ ਪਰ ਬ੍ਰਾਹਮਣੀ ਕਰਮਕਾਂਡ ਦੀ ਤਹਿ ਬਹੁਤ ਜ਼ਿਆਦਾ ਚੜ੍ਹ ਚੁੱਕੀ ਹੈ। ਗੁਰਬਾਣੀ ਵਿੱਚ ਪੁਰਾਣਿਕ ਹਵਾਲੇ ਜਾਂ ਜੋ ਪ੍ਰਤੀਕ ਵਰਤੇ ਗਏ ਹਨ ਅਸੀਂ ਉਹਨਾਂ ਦੇ ਹੂ-ਬਹੂ ਅਰਥ ਕਰਕੇ ਉਸੇ ਹੀ ਕਰਮਕਾਂਡ ਨੂੰ ਸਿਰਜ ਲਿਆ ਹੈ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਚਾਇਆ ਸੀ। ਗੁਰਬਾਣੀ ਦੇ ਭਾਵ ਅਰਥ ਨੂੰ ਨਾ ਸਮਝਣ ਕਰਕੇ ਮ੍ਰਿਤਕ ਸੰਸਕਾਰ ਦੇ ਸਮਿਆਂ ਤੇ ਜੋ ਕੀਰਤਨ ਜਾਂ ਵਿਆਖਿਆ ਕੀਤੀ ਗਈ ਹੈ ਉਹ ਸਾਰੀ ਗਰੁੜ ਪੁਰਾਣ ਦੀਆਂ ਕਥਾਵਾਂ ਜਾਂ ਪੁਰਾਣਿਕ ਮਿੱਥਾਂ ਦੇ ਆਧਾਰਿਤ ਹੁੰਦੀ ਰਹੀ ਹੈ। ਇਸ ਲਈ ਸਾਡੀ ਮਾਨਸਿਕਤਾ ਵਿੱਚ ਸਨਾਤਨ ਮਤ ਦਾ ਕਰਮਕਾਂਡ ਕੁੱਟ-ਕੁੱਟ ਕੇ ਭਰਿਆ ਪਿਆ ਹੈ। ਇੱਕ ਦਾਦੀ ਮਾਂ ਰਾਤ ਦੀ ਚਾਨਣੀ ਵਿੱਚ ਆਪਣੇ ਛੋਟੇ ਜਿਹੇ ਪੋਤਰੇ ਨੂੰ ਆਪਣੇ ਹੱਥ ਦੀ ਉਂਗਲ ਨਾਲ ਦੱਸ ਰਹੀ ਹੁੰਦੀ ਹੈ ਕਿ ਮੇਰੇ ਜਿਉਣ ਜੋਗਿਆ ਉਹ ਦੇਖ ਚੰਦਰਮਾ ਕਿੰਨਾ ਸੋਹਣਾ ਲੱਗ ਰਿਹਾ ਈ। ਪੋਤਰਾ ਸਹਿਜ ਸੁਭਾਅ ਹੀ ਦਾਦੀ ਮਾਂ ਦੀ ਉਂਗਲ ਫੜ ਕੇ ਬੈਠ ਜਾਂਦਾ ਹੈ ਤੇ ਸ਼ਾਇਦ ਇਹੋ ਹੀ ਚੰਦਰਮਾ ਹੈ। ਜੇ ਦੇਖਿਆ ਜਾਏ ਤਾਂ ਅਸੀਂ ਸਾਰੇ ਹੀ ਚੰਦਰਮਾ ਦੇਖਣ ਦੀ ਥਾਂ ਤੇ ਦਾਦੀ ਮਾਂ ਦੀ ਉਂਗਲ ਹੀ ਫੜ ਕੇ ਬੈਠ ਗਏ ਹਾਂ। ਗੁਰਬਾਣੀ ਵਿੱਚ ਦੋ ਵਿਚਾਰ ਬਹੁਤ ਮਹੱਤਵਪੂਰਨ ਹਨ। ਇੱਕ ਵਿਚਾਰ ਪ੍ਰਤੀਕ ਵਜੋਂ ਆਇਆ ਹੈ ਤੇ ਦੂਜਾ ਵਿਚਾਰ ਆਦਰਸ਼ ਵਜੋਂ ਆਇਆ ਹੈ। ਆਦਰਸ਼ ਨੂੰ ਅਸੀਂ ਵਿਚਾਰਿਆ ਨਹੀਂ ਤੇ ਪ੍ਰਤੀਕਾਂ ਉੱਤੇ ਕਿਲੇ ਉਸਾਰਦੇ ਹਨ। ਇਸੇ ਤਰ੍ਹਾਂ ਹੀ ਗੁਰਮਤਿ ਨੇ ਸਨਾਤਨੀ ਮਤ ਵਾਲੇ ਧਰਮ ਰਾਜ ਦੀ ਹੋਂਦ ਨੂੰ ਖਤਮ ਕਰਦਿਆਂ ਸਦੀਵ ਕਾਲ ਰੱਬ ਦੀ ਬਣਾਈ ਹੋਈ ਮਰਜ਼ਾਦਾ ਨੂੰ ਸਵੀਕਾਰਿਆ ਹੈ ਜਿਸ ਨੂੰ ਹੁਕਮ ਦੀ ਕਾਰ ਕਿਹਾ ਗਿਆ ਹੈ। ਬੜਾ ਪਿਆਰਾ ਵਾਕ ਹੈ। ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਸ੍ਰੀ ਰਾਗ ਮਹੱਲਾ ਤੀਜਾ ਪੰਨਾ 38। ਪਰਮਾਤਮਾ ਤੇ ਉਹਦੀ ਬਣਾਈ ਹੋਈ ਮਰਜ਼ਾਦਾ ਸਾਡੀ ਚੇਤਨਤਾ ਵਿੱਚ ਹੀ ਕੰਮ ਕਰ ਰਹੀ ਹੈ ਪਰ ਵਿਕਾਰ ਵੀ ਨਾਲ ਹੀ ਰਹਿੰਦੇ ਹਨ। ਪਹਾੜਾਂ ਦੀਆਂ ਕੰਧਰਾਂ ਵਿੱਚ ਰਹਿਣ ਵਾਲਾ ਦਰਖਤਾਂ ਦੇ ਪੱਤੇ ਖਾਣ ਵਾਲਾ ਹੌਲੀ ਹੌਲੀ ਹੱਥਾਂ ਦੀ ਵਰਤੋਂ ਕਰਕੇ ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਚੰਦਰਮਾ ਤੇ ਘਰ ਪਾਉਣ ਦੀ ਤਿਆਰੀ ਕਰੀ ਬੈਠਾ ਹੈ। ਸਿਆਣਿਆਂ ਲੋਕਾਂ ਨੇ ਮੁਲਕਾਂ ਨੂੰ ਤਰੱਕੀ ਦੇ ਰਾਹ ਤੇ ਪਾ ਲਿਆ ਹੈ। ਉਸ ਦਾ ਇੱਕੋ ਇੱਕ ਕਾਰਨ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਕਾਨੂੰਨ ਵਿੱਚ ਬੰਨ੍ਹ ਲਿਆ ਹੈ। ਜਿੱਥੇ ਚੰਗਿਆਂ ਮੁਲਕਾਂ ਨੇ ਲੋਕਾਂ ਦੀ ਸੁੱਖ ਸਹੂਲਤ ਲਈ ਕਾਨੂੰਨ ਬਣਾਏ ਹਨ ਉੱਥੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵੀ ਪੈਦਾ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਕਾਨੂੰਨ ਤੋੜੇ ਉਹਨਾਂ ਨੂੰ ਜੇਲ੍ਹਾਂ ਦੀ ਹਵਾ ਵੀ ਖਾਣੀ ਪਈ। ਹੁਣ ਦੇਖਿਆ ਜਾਏ ਤਾਂ ਕਾਨੂੰਨ ਵਿੱਚ ਰਹਿਣ ਵਾਲੇ ਨੂੰ ਆਮ ਕਰਕੇ ਪੁਲਿਸ ਕਦੀ ਵੀ ਤੰਗ ਨਹੀਂ ਕਰਦੀ ਪਰ ਜੋ ਕਾਨੂੰਨ ਤੋੜਦਾ ਹੈ ਉਸ ਨੂੰ ਪੁਲਿਸ ਘਰੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ। ਇਸ ਦਾ ਅਰਥ ਹੈ ਕਾਨੂੰਨ ਤੋੜਨ ਵਾਲੇ ਨੂੰ ਸਜ਼ਾ ਮਿਲਦੀ ਹੈ। ਜੇ ਦੁਨੀਆ ਦਾ ਕਾਨੂੰਨ ਆਪਣੇ ਨਿਯਮ ਅਨੁਸਾਰ ਕੰਮ ਕਰਦਾ ਹੈ ਤਾਂ ਰੱਬ ਦਾ ਕਾਨੂੰਨ ਆਪਣੀ ਕੁਦਰਤੀ ਚਾਲ ਨਾਲ ਕੰਮ ਕਰਦਾ ਹੈ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਧਰਮ ਰਾਏ ਨੂੰ ਹੁਕਮ ਹੈ
ਭਾਵ ਰੱਬ ਦਾ ਹੁਕਮ ਹੈ ਕਿ ਸੱਚ ਦੀ ਵਿਚਾਰ ਕੀਤੀ ਜਾਏ। ਬੈ ਸੱਚਾ ਧਰਮ ਵਿਚਾਰ, ਭਾਵ ਵਿਚਾਰ ਕਰਕੇ ਦੇਖ ਕੇ ਬੁਰਾਈ ਤੇ ਚੰਗਿਆਈ ਵਿੱਚ ਕੀ ਫਰਕ ਹੈ। ਸੱਚਾ ਧਰਮ ਵਿਚਾਰ ਜੋ ਸੱਚ ਦੇ ਆਧਾਰਿਤ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਹੈ। ਸਾਡੇ ਮਨ ਵਿੱਚ ਹਰ ਵੇਲੇ ਭਲਾ ਤੇ ਬੁਰਾ ਦੋ ਵਿਚਾਰ ਚੱਲਦੇ ਰਹਿੰਦੇ ਹਨ। ਜਿਸ ਦੀ ਸੰਗਤ ਮਿਲ ਗਈ ਉਹ ਹੀ ਕਰਮ ਪ੍ਰਗਟ ਹੋ ਜਾਣਾ ਹੈ। ਰੱਬੀ ਨਿਯਮ ਅਨੁਸਾਰ ਨੇਮ ਕਰਮ ਕਰਦਿਆਂ ਸਮਾਜਿਕ ਭਾਈਚਾਰੇ ਵਿੱਚ, ਆਪਣੇ ਪਰਿਵਾਰ ਜਾਂ ਆਪਣੇ ਨਿੱਜ ਦੇ ਜੀਵਨ ਵਿੱਚ ਆਤਮਿਕ ਤ੍ਰਿਪਤੀ ਦਾ ਸੁੱਖ ਤੇ ਆਨੰਦਮਈ ਜੀਵਨ ਦੀ ਫਿਰ ਸਾਫ਼ ਝਲਕ ਦਿਸਦੀ ਹੈ। ਬੁਰਾ ਕਰਮ ਕਰਦਿਆਂ ਜਿੱਥੇ ਆਤਮਾ ਮਲੀਨ ਹੁੰਦੀ ਹੈ, ਉੱਥੇ ਮਨੁੱਖ ਨੂੰ ਭਾਈਚਾਰਕ ਸਾਂਝ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਸਰਕਾਰ ਜਾਂ ਪੁਲਿਸ ਦੋਸ਼ੀਆਂ ਨੂੰ ਸਜ਼ਾ ਦਿੰਦੀ ਹੈ, ਇੰਝ ਹੀ ਅੰਤਰ ਆਤਮੇ ਦੀ ਸ਼ੁੱਧ ਸੋਚ ਜੋ ਧਰਮਰਾਜ ਦੇ ਰੂਪ ਵਿੱਚ ਬੈਠੀ ਹੈ, ਉਹ ਅੰਦਰਲੀ ਘਟੀਆ ਸੋਚ ਜਿਸ ਵਿੱਚੋਂ ਵਿਕਾਰ ਉਤਪੰਨ ਹੁੰਦੇ ਹਨ, ਧਰਮਰਾਜ ਭਾਵ ਰੱਬੀ ਕਾਨੂੰਨ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਜੇ ਫਿਰ ਵੀ ਮਨੁੱਖੀ ਮਨ ਧਰਮਰਾਜ ਭਾਵ ਸੱਚ ਦੇ ਗਿਆਨ ਤੇ ਸਦਾਚਾਰਕ ਕੀਮਤਾਂ ਤੋਂ ਬਾਹਰ ਹੋ ਕੇ ਕੋਈ ਕਰਮ ਕਰਦਾ ਹੈ, ਤਾਂ ਜਿੱਥੇ ਆਤਮਿਕ ਤੌਰ ਤੇ ਉਹ ਦੁਖੀ ਹੁੰਦਾ ਹੈ, ਉੱਥੇ ਕੋਰਟ ਕਚਹਿਰੀ ਵੱਲੋਂ ਮਿਲੀ ਸਜ਼ਾ ਸਰੀਰਕ ਤੌਰ ਤੇ ਵੀ ਭੁਗਤਣੀ ਪੈਂਦੀ ਹੈ। ਹੁਣ ਪਹਿਲੀਆਂ ਦੋ ਤੁਕਾਂ ਵਿੱਚ ਇਹ ਅਹਿਸਾਸ ਕਰਾਇਆ ਗਿਆ ਹੈ ਕਿ ਧਰਮਰਾਜ ਸੱਚ ਦੀ ਵਿਚਾਰ ਕੁਦਰਤੀ ਨਿਯਮਾਵਲੀ ਜਾਂ ਰੱਬੀ ਕਾਨੂੰਨ ਦਾ ਨਾਂ ਹੈ। ਜੇ ਰੱਬੀ ਹੁਕਮ ਤੋੜਿਆ ਜਾਂਦਾ ਹੈ ਤਾਂ ਧਰਮਰਾਜ ਅੰਦਰਲੀ ਆਤਮਾ ਦੀ ਆਵਾਜ਼ ਇੱਕ ਵਾਰ ਤਾਂ ਜ਼ਰੂਰ ਅਹਿਸਾਸ ਕਰਾਉਂਦਾ ਹੈ ਕਿ ਇਹ ਮਨੁੱਖ ਤੂੰ ਗਲਤੀ ਕਰ ਰਿਹਾ ਏਂ। ਗੁਰੂ ਦਾ ਗਿਆਨ ਸੱਚ ਦੇ ਮਾਰਗ ਨੂੰ ਸਮਝਾਉਣ ਦੇ ਯਤਨ ਵਿੱਚ ਰਹਿੰਦਾ ਹੈ ਕਿ ਮੇਰੇ ਮਨ ਤੂੰ ਆਪਣੇ ਅਸਲੀ ਰਾਹ ਤੇ ਚੱਲਣ ਦਾ ਯਤਨ ਕਰ। ਭਾਵ ਧਰਮਰਾਜ ਸੱਚੀ ਮਰਿਆਦਾ ਦੀ ਵਿਕਾਰੀ ਮਨ ਨਾਲ ਪੱਕੀ ਦੁਸ਼ਮਣੀ ਹੈ। ਸ਼ਬਦ ਦੀ ਤੀਸਰੀ ਤੁਕ ਵਿੱਚ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਇੱਕ ਮੁਰਾਰ, ਧਰਮਰਾਜ ਭਾਵ ਰੱਬ ਜੀ ਦੇ ਕਾਨੂੰਨ ਨੂੰ ਸਮਝਣ ਵਾਲਾ ਹੈ। ਹਰ ਵੇਲੇ ਸ਼ੁਭ ਗੁਣਾਂ ਦਾ ਖਜ਼ਾਨਾ ਇਕੱਠਾ ਕਰਦਾ ਰਹਿੰਦਾ ਹੈ ਤੇ ਮਨ ਜਪੇ ਏਕ ਮੁਰਾਰ, ਸਿਰਫ ਇੱਕੋ ਰਸਤਾ ਜੋ ਕੇਵਲ ਸ਼ੁਭ ਗੁਣਾਂ ਪਾਸੇ ਵੱਲ ਨੂੰ ਖੁੱਲ੍ਹਦਾ ਹੈ ਤੇ ਉਸੇ ਰਸਤੇ ਤੇ ਹੀ ਤੁਰਨ ਦਾ ਪਾਂਧੀ ਹੁੰਦਾ ਹੈ। ਸਕੂਲਾਂ ਕਾਲਜਾਂ ਵਿੱਚ ਇੱਕ ਆਮ ਮੁਹਾਵਰਾ ਪੜ੍ਹਾਇਆ ਜਾਂਦਾ ਹੈ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਆਪਣੀ ਮਦਦ ਆਪੇ ਕਰਨ ਵਾਲਿਆਂ ਦੀ ਧਰਮਰਾਜ ਖੁਦ ਸੇਵਾ ਕਰਦਾ ਹੈ। ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨਹਾਰ। ਕੋਈ ਵਿਦਿਆਰਥੀ ਮਨ ਕਰਕੇ ਮਿਹਨਤ ਕਰਕੇ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ, ਪਰ ਮਾਪੇ ਕਹਿੰਦੇ ਹਨ ਕਿ ਦੇਖੋ ਜੀ ਸਾਡੇ ਬੱਚੇ ਦੀ ਮਦਦ ਪਰਮਾਤਮਾ ਨੇ ਕੀਤੀ। ਇਸ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਨੇ ਆਪ ਸਰੀਰ ਦੇ ਤਲ ਤੇ ਆ ਕੇ ਬੱਚੇ ਦੇ ਕੋਈ ਪੇਪਰ ਦਿੱਤੇ ਹਨ। ਇਹ ਤਾਂ ਬੱਚੇ ਨੇ ਹੀ ਰੱਬੀ ਹੁਕਮ ਨੂੰ ਸਮਝਿਆ ਹੋਇਆ ਹੈ, ਮਿਹਨਤ ਕੀਤੀ ਹੈ, ਉਸ ਨੂੰ ਉਸ ਦਾ ਫਲ ਮਿਲਿਆ ਹੈ। ਸ਼ੁਭ ਗੁਣਾਂ ਨੂੰ ਮੁੱਖ ਰੱਖ ਕੇ ਮਿਹਨਤ ਕੀਤੀ ਜਾਏਗੀ ਤਾਂ ਸਮਝੋ ਧਰਮਰਾਜ ਮਨੁੱਖ ਦੀ ਖੁਦ ਸੇਵਾ ਕਰ ਰਿਹਾ ਹੈ। ਜੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਸਮਝਿਆ ਤਾਂ ਬੱਚਾ ਫੇਲ ਹੋ ਜਾਂਦਾ ਹੈ। ਤਾਂ ਇਹ ਧਰਮਰਾਜ ਦੀ ਸਜ਼ਾ ਹੈ ਜੋ ਖੁਦ ਹੀ ਬੱਚੇ ਨੇ ਪ੍ਰਾਪਤ ਕੀਤੀ। ਜੋ ਕਿਹਾ ਜਾ ਸਕਦਾ ਹੈ ਸੋ ਕਿਹਾ ਜਾ ਸਕਦਾ ਹੈ ਕਿ ਰੱਬੀ ਕਾਨੂੰਨ ਜਾਂ ਧਰਮਰਾਜ ਸਾਡੇ ਨਾਲੋਂ ਕੋਈ ਵੱਖਰਾ ਨਹੀਂ। ਆਤਮਿਕ ਗਿਆਨ ਦੀ ਸੋਝੀ ਨੂੰ ਧਰਮਰਾਜ ਦੀ ਸੇਵਾ ਕਿਹਾ ਹੈ। ਇਸੇ ਸ਼ਬਦ ਦੇ ਤੀਸਰੇ ਪਦ ਵਿੱਚ ਆਪਣੇ ਮਨ ਦੇ ਵਿਕਾਰ ਆਪਣੇ ਹੀ ਮਨ ਵਿੱਚੋਂ ਤਿਆਗ ਦੇਣ ਦੀ ਭਾਵਨਾ ਪ੍ਰਗਟ ਕਰ ਲਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਇਸ ਨੇ ਅਸਲੀਅਤ ਦੀ ਪਕੜ ਕਾਇਮ ਕਰ ਲਈ ਹੈ। ਮਨ ਕੇ ਵਿਕਾਰ ਮਨੇ ਤਜੇ, ਮਨ ਚੂਕੇ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨ ਪਾਈਐ, ਮਨ ਮੁਖ ਫਿਰੇ ਦੀਵਾਨ, ਸ਼ਬਦ ਨ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। ਸ੍ਰੀ ਰਾਗ ਮਹੱਲਾ ਤੀਜਾ ਪੰਨਾ 39। ਧਰਮਰਾਜ ਦੇ ਸ਼ਿਕਾਰ ਸੰਸਾਰਕ ਮੋਹ ਤੇ ਅਹੰਕਾਰ ਦੀ ਪ੍ਰਬਲ ਬਿਰਤੀ ਦੀ ਸਮਝ ਆਉਂਦੀ ਹੈ। ਧਰਮ ਦੇ ਸ਼ਿਕਾਰ ਸੰਸਾਰਕ ਮੋਹ ਤੇ ਹੰਕਾਰ ਦੀ ਪ੍ਰਬਲ ਬਿਰਤੀ ਦੀ ਸਮਝ ਆਉਂਦਿਆਂ ਹੀ ਸਹਿਜ ਅਵਸਥਾ ਦੀ ਸਿਰਜਣਾ ਦਾ ਮੁੱਢ ਬੱਝਦਾ ਹੈ। ਇਹਨਾਂ ਦੀ ਆਰੰਭਤਾ ਸਤਿਗੁਰੂ ਦੇ ਨਾਮ ਤੋਂ ਰੱਖੀ ਗਈ ਹੈ, ਜਿਸ ਦਾ ਪ੍ਰਕਾਸ਼ ਉਪਦੇਸ਼ ਵਿੱਚੋਂ ਨਿਕਲਦਾ ਹੈ। ਦਹੀਂ ਨੂੰ ਰਿੜਕਣ ਨਾਲ ਮੱਖਣ ਦੀ ਪ੍ਰਾਪਤੀ ਵਾਂਗ ਸ਼ਬਦ ਨੂੰ ਰਿੜਕਣ ਨਾਲ ਸ਼ੁਭ ਵਿਚਾਰਾਂ ਦਾ ਜਨਮ ਤੇ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਅਸੀਂ ਧਰਮਰਾਜ ਜਾਂ ਗਿਆਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ, ਪਰ ਮੋਹ ਤੇ ਹੰਕਾਰ ਵਿੱਚ ਹਮੇਸ਼ਾ ਗਰਕ ਹੀ ਰਹਿੰਦੇ ਹਾਂ।
ਕਹਿੰਦੇ ਹਨ ਬੰਦਾ ਜਵਾਨੀ ਵਿੱਚ ਮੋਢਿਆਂ ਦੇ ਪਿੱਛੋਂ ਦੀ ਥੁੱਕਦਾ ਹੈ। ਭਾਵ ਜਦੋਂ ਜਵਾਨੀ ਆਉਂਦੀ ਹੈ ਤਾਂ ਉਸ ਨੂੰ ਬੁਰੇ ਭਲੇ ਦੀ ਪਛਾਣ ਹੀ ਨਹੀਂ ਰਹਿੰਦੀ। ਕਈ ਦਫਾ ਰਾਹ ਜਾਂਦਿਆਂ ਵੀ ਇਹ ਲੜਾਈ ਮੁੱਲ ਲੈਣ ਤੋਂ ਨਹੀਂ ਡਰਦਾ, ਕਿਉਂਕਿ ਜੀਵ ਦਾ ਮਨ ਹਉਮੈ ਹੰਕਾਰ ਵਿੱਚ ਮਸਤ ਹੋ ਕੇ ਕਈ ਉਪਦਰ ਮਚਾ ਦਿੰਦਾ ਹੈ। ਅਜਿਹੀ ਅਵਸਥਾ ਵਿੱਚ ਜਦੋਂ ਮਾਨਸਿਕ ਤੇ ਸਰੀਰਕ ਸਜ਼ਾ ਭੋਗਣੀ ਪੈਂਦੀ ਹੈ ਤਾਂ ਇਸ ਪਾਸੇ ਸਿਵਾਏ ਝੂਰਨ ਦੇ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਦੂਜੇ ਪਹਿਰੇ ਰਹਿਣ ਕੈਵਣ ਜਾ ਰਿਹਾ ਮਿੱਤਰਾ, ਭਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ, ਮਨ ਮਤਾ ਅਹੂਮੇ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ, ਪੂਰਾ ਸਰਗੁਰ ਕਬਹੂ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ। ਧਰਮ ਰਾਏ ਜਬ ਪਗਰਸ ਬਵਰੈ, ਤਬ ਕਿਆ ਜਵਾਬ ਕਰੀ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੇ ਦੇ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਨਾ 77। ਹੁਣ ਇਸ ਸ਼ਬਦ ਵਿੱਚ ਮਨੁੱਖ ਜਵਾਨੀ ਦੀਆਂ ਬੇਰੋਕ ਹੰਕਾਰੀ ਛੱਲਾਂ ਭਰ ਜਵਾਨੀ ਲਹਿਰੀ ਦੇਹ ਦੀ ਗੱਲ ਕਰਦਿਆਂ ਸਮਝਾਇਆ ਹੈ ਕਿ ਤੈਨੂੰ ਤਾਂ ਹੁਣ ਬੁਰੇ ਭਲੇ ਬੁਰਾ ਭਲਾ ਨਾ ਪਛਾਣਨ ਦੀ ਵੀ ਕੋਈ ਪਛਾਣ ਨਹੀਂ ਰਹੀ, ਕਿਉਂਕਿ ਸਤਿਗੁਰ ਦੀ ਮੱਤ ਨੂੰ ਲੈਣ ਦਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਯਤਨ ਨਹੀਂ ਕੀਤਾ। ਇਸ ਲਈ ਵਿਕਾਰਾਂ ਰੂਪੀ ਜਮਾਂ ਨੇ ਤੇਰੇ ਗਲ ਵਿੱਚ ਆਤਮਿਕ ਔਗੁਣਾਂ ਦੀ ਫਾਹੀ ਪਾਈ ਹੋਈ ਹੈ। ਜੇ ਇਹ ਵਰਤਮਾਨ ਜੀਵਨ ਦੀ ਗੱਲ ਹੋ ਰਹੀ ਹੈ ਤਾਂ ਫਿਰ ਲੇਖਾ ਹੁਣ ਹੀ ਦੇਣਾ ਪਵੇਗਾ। 3 ਗੱਲਾਂ ਸਪਸ਼ਟ ਕੀਤੀਆਂ ਹਨ। ਨੰਬਰ 1, ਜਵਾਨੀ ਦੀਆਂ ਹੁਸੀਨ ਤੇ ਹੰਕਾਰ ਭਰੀਆਂ ਲਹਿਰਾਂ। ਨੰਬਰ 2, ਬੁਰੇ ਭਲੇ ਦੀ ਪਛਾਣ ਨਹੀਂ। ਨੰਬਰ 3, ਸਤਿਗੁਰ ਦੀ ਸਿੱਖਿਆ ਨੂੰ ਸਮਝਿਆ ਨਹੀਂ। ਜਦੋਂ 3 ਜ਼ਿੰਮੇਵਾਰੀਆਂ ਨਹੀਂ ਸਮਝੀਆਂ ਤਾਂ ਅੰਦਰ ਬੈਠੀ ਸੱਚ ਦੀ ਆਵਾਜ਼ ਨੂੰ ਫਿਰ ਪੁੱਛਣ ਦਾ ਹੱਕ ਹੈ ਕਿ ਐ ਇਨਸਾਨ, ਤੂੰ ਆਪਣੇ ਫਰਜ਼ ਨੂੰ ਤਨਦੇਹੀ ਨਾਲ ਕਿਉਂ ਨਹੀਂ ਨਿਭਾਇਆ। ਧਰਮ ਰਾਏ ਜਾਂ ਪਕਰਸ ਬਵਰੇ ਤਬ ਕਿਆ ਜਵਾਬ ਕਰੇ। ਅਖਰੀ ਅਰਥਾਂ ਇਹੀ ਬਣਦੇ ਹਨ ਕਿ ਧਰਮ ਰਾਜ ਦੀ ਕਚਹਿਰੀ ਵਿੱਚ ਤੈਨੂੰ ਪੁੱਛਿਆ ਜਾਏਗਾ। ਜਦੋਂ ਗੱਲ ਬੁਰੇ ਭਲੇ ਦੀ ਹੋ ਰਹੀ ਹੈ ਤਾਂ ਇਸੇ ਜੀਵਨ ਦੇ ਵਿੱਚ ਹੀ ਸੱਚ ਦੇ ਆਧਾਰਿਤ ਇਮਾਨਦਾਰੀ ਨਾਲ ਤੇਰੀ ਅੰਦਰਲੀ ਆਤਮਾ ਹੀ ਤੈਨੂੰ ਪੁੱਛੇ ਕਿ ਕੀ ਤੂੰ ਬੁਰੇ ਔਗੁਣਾਂ ਦੀ ਪਛਾਣ ਕਰਕੇ ਭਲਿਆਂ ਕੰਮਾਂ ਵੱਲ ਨੂੰ ਤੁਰ ਪਿਆ ਏ। ਨੰਬਰ ਤੋਂ ਮਨੁੱਖੀ ਸੁਭਾਅ ਆਤਮਿਕ ਮੌਤ ਲਿਆਉਣ ਵਾਲੇ ਜਦੋਂ ਕਰਮ ਕਰੇਗਾ ਤਾਂ ਧਰਮਰਾਜ ਭਾਵ ਸੱਚ ਦੇ ਸਾਹਮਣੇ ਸ਼ਰਮਸ਼ਾਰ ਹੀ ਹੋਣਾ ਪਵੇਗਾ। ਹਕੀਕਤ ਇਹ ਹੈ ਕਿ ਮਨੁੱਖ ਇਹਨਾਂ ਔਗੁਣਾਂ ਨੂੰ ਤਿਆਗਣਾ ਨਹੀਂ ਚਾਹੁੰਦਾ। ਕਾਂ, ਕ੍ਰੋਧ, ਲਪਟਿਓ ਅਸਨੇ, ਸਿਰ ਉੱਪਰ ਠਾਂਡੋ ਧਰਮਰਾਏ, ਮਿੱਠੀ ਕਰ ਕਰ ਵਿਖਿਆ ਖਾਏ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਪੰਨਾ 178। ਬੇਸ਼ੱਕ ਬੰਦਾ ਅੰਦਰ ਵੜ ਕੇ ਗੁਨਾਹ ਕਰ ਲਵੇ ਪਰ ਆਪਣੀ ਆਤਮਾ ਦੀ ਸੱਚ ਦੀ ਆਵਾਜ਼ ਤੋਂ ਸੁਰਖਰੂ ਨਹੀਂ ਹੋ ਸਕਦਾ। ਕਾਮ ਵਾਸ਼ਨਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਦੋਂ ਕ੍ਰੋਧ ਦੇਵਤਾ ਫੌਰਨ ਜਨਮ ਲੈਂਦਾ ਹੈ, ਜਿਸ ਨਾਲ ਅੰਦਰਲੇ ਸ਼ੁਭ ਗੁਣ ਖਿਲਰਨ ਲੱਗ ਜਾਂਦੇ ਹਨ। ਧਰਮਰਾਜ ਦਾ ਕਾਨੂੰਨ ਵੀ ਨਾਲ ਹੀ ਚੱਲਦਾ ਹੈ। ਸਿਰ ਉੱਪਰ ਠਾਂਡੋ ਧਰਮਰਾਏ ਤੇ ਧਰਮਰਾਜ ਦੀ ਸੱਚੀ ਮਰਜ਼ਾਦਾ ਨੂੰ ਨਾ ਸਮਝਣਾ ਹੀ ਆਤਮਿਕ ਮੌਤ ਹੁੰਦੀ ਹੈ। ਮੂਰਖ ਮਨੁੱਖ ਦਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮਾਇਆ ਦੀਆਂ ਆਸਾਂ ਨਾਲ ਜਕੜਿਆ ਰਹਿੰਦਾ ਹੈ। ਮੂਰਖ ਮਨੁੱਖ ਕਾਮ, ਕ੍ਰੋਧ ਤੇ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ ਉੱਤੇ ਧਰਮਰਾਜ ਸੱਚ, ਇਨਸਾਫ ਜਾਂ ਰੱਬੀ ਹੁਕਮ ਖਲੋਤਾ ਹੋਇਆ ਹੈ। ਮੂਰਖ ਮਨੁੱਖ ਅਧਿਆਤਮਿਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਮਿੱਠੀ ਜਾਣ ਕੇ ਖਾਂਦਾ ਰਹਿੰਦਾ ਹੈ। ਸਿਆਣਿਆਂ ਦਾ ਇੱਕ ਮੁਹਾਵਰਾ ਹੈ, ਜੋ ਮੁੱਕਰ ਗਿਆ ਸੋ ਮਰ ਗਿਆ। ਜਦੋਂ ਸ਼ੁਭ ਗੁਣਾਂ ਦੇ ਰੂਪ ਵਿੱਚ ਪ੍ਰਮਾਤਮਾ ਸਾਡੇ ਹਿਰਦੇ 'ਚ ਬੈਠਾ ਹੈ ਤੇ ਉਹ ਸ਼ੁਭ ਗੁਣ ਲੈਣ ਤੋਂ ਅਸੀਂ ਇਨਕਾਰੀ ਹੁੰਦੇ ਹਾਂ, ਤਦੋਂ ਧਰਮਰਾਜ ਦੀ ਨਿਗਾਹ ਵਿੱਚ ਹੁੰਦੇ ਹਾਂ, ਭਾਵ ਆਤਮਿਕ ਮੌਤੇ ਮਰੇ ਹੁੰਦੇ ਹਾਂ। ਪਹਿਨਦਾ ਖਾਂਦਾ ਪਹਿਨ ਦਾ ਮੁਕਰ ਪਾਈ, ਤਿਸ ਨੂੰ ਜੋਹੇ ਦੂਤ ਧਰਮ ਰਾਏ। ਗੌੜੀ ਮਹੱਲਾ ਪੰਜਵਾਂ, ਪੰਨਾ 195। ਹੇ ਭਾਈ, ਜਿਹੜਾ ਮਨੁੱਖ ਪ੍ਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਖਾਂਦਾ ਰਹਿੰਦਾ ਹੈ, ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪ੍ਰਮਾਤਮਾ ਨੇ ਦਿੱਤੀਆਂ ਹਨ,
ਉਸ ਮਨੁੱਖ ਨੂੰ ਧਰਮਰਾਜ ਦੇ ਦੂਤ ਆਪਣੀ ਨਿਗਾਹ ਵਿੱਚ ਰੱਖਦੇ ਹਨ, ਭਾਵ ਉਹ ਮਨੁੱਖ ਸਦਾ ਆਤਮਿਕ ਮੌਤੇ ਮਰਿਆ ਰਹਿੰਦਾ ਹੈ। ਵਿਕਸਿਤ ਮੁਲਕਾਂ ਦੀ ਪੁਲਿਸ ਹਰ ਸਮੇਂ ਹਰ ਘੜੀ ਰਾਹਾਂ ਸੜਕਾਂ ਤੇ ਇਸੇ ਤਾਕ ਵਿੱਚ ਰਹਿੰਦੀ ਹੈ ਕਿ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹ ਫਟ ਉਸ ਨੂੰ ਉਸੇ ਵੇਲੇ ਬਿਨਾਂ ਲਿਹਾਜ਼ ਕੀਤਿਆਂ ਜੁਰਮਾਨੇ ਵਾਲੀ ਪਰਚੀ ਧੰਨਵਾਦ ਸ਼ਹਿਰ ਫੜਾ ਦਿੰਦਾ ਹੈ। ਬਾਰ-ਬਾਰ ਕਾਨੂੰਨ ਤੋੜਨ ਵਾਲੇ ਨੂੰ ਸਜ਼ਾ ਵੀ ਹੋ ਜਾਂਦੀ ਹੈ। ਅਧਿਆਤਮਕ ਤੌਰ ਤੇ ਜੋ ਸ਼ੁਭ ਗੁਣਾਂ ਦੇ ਕਾਨੂੰਨ ਨੂੰ ਮੁੜ-ਮੁੜ ਤੋੜਦਾ ਹੈ ਜਾਂ ਪ੍ਰਮਾਤਮਾ ਦੀ ਬਣਾਈ ਨਿਯਮਾਵਲੀ ਨੂੰ ਵਿਸਾਰਦਾ ਹੈ, ਉਹ ਮਾਨਸਿਕ ਤਲ ਤੇ ਅਕਸਰ ਸੰਸਿਆਂ ਵਾਲੀਆਂ ਜੂਨਾਂ ਭੋਗਦਾ ਹੈ। ਤੇਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋੜ ਜਨ ਭਰਮੇ ਬਹੁ ਜੂਨਾ। ਗੌੜੀ ਮਹੱਲਾ ਪੰਜਵਾਂ, ਪੰਨਾ 195। ਜੋ ਇਨਸਾਨ ਕਿਸੇ ਵੀ ਕਾਨੂੰਨ ਜਾਂ ਨਿਯਮ ਦੀ ਪਰਵਾਹ ਨਹੀਂ ਕਰਦਾ, ਸਗੋਂ ਆਪਣੇ ਹੰਕਾਰ ਨਾਲ ਹੀ ਚੱਲਦਾ ਹੈ, ਉਸ ਨੂੰ ਜੀਵਨ ਦੇ ਵਿੱਚ ਖੁਆਰੀ ਹੀ ਮਿਲਦੀ ਹੈ। ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੌੜੀ ਸੁਖਣੀ ਮਹੱਲਾ ਪੰਜਵਾਂ, ਪੰਨਾ 278। ਜੋ ਬੰਦਾ ਆਪ ਇਤਨਾ ਹੰਕਾਰੀ ਹੋ ਜਾਂਦਾ ਹੈ, ਕਿਸੇ ਦੀ ਵੀ ਪਰਵਾਹ ਨਹੀਂ ਕਰਦਾ, ਧਰਮਰਾਜ ਭਾਵ ਸੱਚ ਆਤਮਿਕ ਤੌਰ ਤੇ ਉਸ ਦੀ ਮਿੱਟੀ ਪਲੀਤ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਸੱਚ ਕਿਸ ਦਾ ਲਿਹਾਜ਼ ਨਹੀਂ ਕਰਦਾ। ਰੱਬੀ ਨਿਯਮਾਵਲੀ ਜਾਂ ਹੁਕਮ ਵਿੱਚੋਂ ਖਿਸਕਣ ਕਰਕੇ ਆਤਮਿਕ ਖੁਆਰੀ ਹੁੰਦੀ ਹੈ, ਸਮਾਜ ਵਿੱਚ ਵੀ ਬੇਇੱਜ਼ਤੀ ਹੁੰਦੀ ਹੈ, ਪਰਿਵਾਰ ਵਿੱਚ ਵੀ ਬੇਇੱਜ਼ਤੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 316 ਤੇ ਗੁਰੂ ਰਾਮਦਾਸ ਜੀ ਦਾ ਲੰਮੇਰਾ ਸ਼ਲੋਕ ਹੈ। ਉਸ ਦੀ ਵਿਚਾਰ ਤਾਂ ਵੱਖਰੀ ਦਿੱਤੀ ਜਾਏਗੀ, ਪਰ ਉਸ ਸ਼ਲੋਕ ਦਾ ਅਰਥ ਭਾਵ ਬਗਲੇ ਵਾਲੀ ਬਿਰਤੀ ਦੇ ਧਾਰਨੀ ਮਨੁੱਖ ਦੀ ਅੰਦਰਲੀ ਹਾਲਤ ਦੱਸਦਾ ਹੈ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਏ। ਜਿੱਥੇ ਮਹਾ ਧਿਆਰਿਆ, ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਹੀਂ। ਇਹ ਸਤਿਗੁਰ ਹੈ ਫਿਟਕਾਰਿਆ। ਗੌੜੀ ਕੀ ਵਾਰ ਮਹੱਲਾ ਚੌਥਾ, ਪੰਨਾ 316। ਆਖਰੀ ਅਰਥਾਂ ਤੋਂ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਕਿਸੇ ਸਰੀਰ ਵਾਲੇ ਨੂੰ ਧਰਮਰਾਜ ਕਿਹਾ ਗਿਆ ਹੈ ਕਿ ਇਸ ਮਨੁੱਖ ਦੇ ਕੋਈ ਮੱਥੇ ਨਾ ਲੱਗੇ, ਕਿਉਂਕਿ ਇਸ ਦੀ ਬਗਲਿਆਂ ਵਾਲੀ ਬਿਰਤੀ ਹੈ। ਭਾਵ ਬਾਹਰੋਂ ਧਰਮੀ ਲੱਗਦਾ ਹੈ, ਪਰ ਅੰਦਰੋਂ ਆਪਣੇ ਅੰਦਰ ਕਿਸੇ ਜੀਵ ਦੇ ਸ਼ਿਕਾਰ ਦੀ ਭਾਵਨਾ ਰੱਖੀ ਬੈਠਾ ਹੈ। ਇਸ ਦਾ ਕਾਰਨ ਹੈ ਕਿ ਸਤਿਗੁਰੂ ਨਾਲੋਂ ਇਹ ਟੁੱਟਿਆ ਹੋਇਆ ਹੈ। ਜੇ ਜ਼ਰਾ ਕੁ ਗੌਰ ਕਰਕੇ ਦੇਖੀਏ ਤਾਂ ਇਹੀ ਪਤਾ ਲੱਗਦਾ ਹੈ ਕਿ ਸਾਖਤ ਬਿਰਤੀ ਵਾਲੇ ਮਨੁੱਖ ਤੋਂ ਹਮੇਸ਼ਾ ਪਾਸੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਉਸ ਦਾ ਵੀ ਨੀਵੇਂਪਨ ਦਾ ਸੁਭਾਅ ਸਾਡੇ ਤੇ ਵੀ ਅਸਰ ਕਰ ਸਕਦਾ ਹੈ। ਹਰ ਕੇ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਸੋ ਬੂਝੇ ਜੋ ਦਏ ਸਵਾਰਿਆ। ਗੌੜੀ ਕੀ ਵਾਰ ਮਹੱਲਾ ਚੌਥਾ, ਪੰਨਾ 316। ਜੋ ਸਾਡੀ ਚੇਤਨਤਾ ਵਿੱਚ ਵਾਪਰਿਆ ਹੈ, ਜਿਸ ਨੂੰ ਹਰ ਕੇ ਦਰ ਵਰਤਿਆ ਹੈ, ਉਹ ਸਾਨੂੰ ਗੁਰੂ ਜੀ ਸਮਝਾ ਦਿੱਤਾ ਹੈ। ਉਹ ਸਾਨੂੰ ਗੁਰੂ ਜੀ ਨੇ ਸਮਝਾ ਦਿੱਤਾ ਹੈ ਕਿ ਇਸ ਵਿੱਚ ਇੱਕ ਅਵਸਥਾ ਵੀ ਰੱਖੀ ਹੈ, ਸੋ ਬੂਝੇ ਜੋ ਦਈ ਸਵਾਰਿਆ। ਜਿਸ ਨੇ ਸਮਝ ਨੂੰ ਅਪਣਾ ਲਿਆ ਹੈ, ਉਸ ਨੇ ਆਪਣਾ ਆਪ ਸਵਾਰ ਲਿਆ ਹੈ। ਕੁਰਾਹੇ ਪਿਆ ਹੋਇਆ ਇਹ ਜੀਵ ਬੇਤਾਲ ਹੋ ਕੇ ਖੁਆਰ ਹੁੰਦਾ ਹੈ। ਇਸ ਖੁਆਰੀ ਦਾ ਦੂਜਾ ਨਾਂ ਜਮ ਹੈ। ਸਮੁੱਚੀ ਵਿਚਾਰ ਬੜੀ ਕੀਮਤੀ ਹੈ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਕਿੰਨਾ ਪਿਆਰਾ ਇਹ ਵਿਚਾਰ ਹੈ। ਇੱਥੇ ਧਰਮਰਾਜ ਰੱਬੀ ਕਾਨੂੰਨ ਭਾਵ ਸੱਚ ਤੇ ਜੋ ਆਪਣੇ ਆਪ ਵਿੱਚ ਸੰਪੂਰਨ ਹੈ, ਜਦੋਂ ਵਿਕਾਰੀ ਬੰਦਾ ਮੌਕੇ ਤੇ ਫੜਿਆ ਜਾਂਦਾ ਹੈ ਤਾਂ ਸੱਚ ਦੇ ਆਧਾਰਿਤ ਫੈਸਲੇ ਵਿੱਚ ਉਸ ਨੂੰ ਸਜ਼ਾ ਦਾ ਭਾਗੀਦਾਰ ਬਣਨਾ ਪੈਂਦਾ ਹੈ। ਥੋੜਾ ਹੋਰ ਸਮਝਣ ਲਈ ਜਦੋਂ ਬੰਦਾ ਅੰਦਰਲੇ ਤਲ ਤੇ ਵਿਸ਼ਈ ਜਾਂ ਕੁਕਰਮੀ ਹੁੰਦਾ ਹੈ ਤਾਂ ਉਸ ਨੂੰ ਇੱਕ ਵਾਰ ਅੰਦਰ ਬੈਠੇ ਸ਼ੁਭ ਗੁਣ ਦੁਰਲਾਨ ਤਾਂ ਕਰਦੇ ਹੀ ਹਨ, ਭਾਵੇਂ ਇਹ ਸਮਝੇ ਜਾਂ ਨਾ ਸਮਝੇ। ਭਾਵ ਅੰਦਰਲੀ ਸੱਚ ਦੀ ਆਵਾਜ਼ ਨੂੰ ਫਟਕਾਰ ਜ਼ਰੂਰ ਪਾਉਂਦੀ ਆ, ਜਿਹਨੂੰ ਕਹਿੰਦੇ ਨੇ ਆਪਣੀ ਆਤਮਾ ਦੀ, ਆਪਣੀ ਜ਼ਮੀਰ ਦੀ ਗੱਲ ਨੂੰ ਜ਼ਰੂਰ ਸੁਣਿਆ ਜੀ, ਆਪਣੀ ਆਤਮਾ ਦੀ ਆਵਾਜ਼ ਨੂੰ ਸੁਣਿਆ ਜੀ। ਸੋ ਇਸ ਪਵਿੱਤਰ ਗੁਰਬਾਣੀ ਨੂੰ ਜ਼ਰਾ ਕੁ ਆਪਣੇ ਤੇ ਢਕਾ ਕੇ ਦੇਖਿਆ ਜਾਏ ਤਾਂ ਇਸ ਵਿੱਚ ਸਾਡੇ ਅੰਦਰਲੀ ਮਲੀਨ ਤੇ ਸ਼ੁੱਧ ਸੋਚ ਦਾ ਹੀ ਪ੍ਰਗਟਾ ਕੀਤਾ ਗਿਆ ਹੈ। ਰੱਬੀ ਕਾਨੂੰਨ ਕਹਿੰਦਾ ਹੈ,
ਇਸ ਦੇ ਕੀਤੇ ਹੋਏ ਕਰਮ ਅਨੁਸਾਰ ਇਸ ਨੂੰ ਲਾਭ ਜਾਂ ਨੁਕਸਾਨ ਹੋਣਾ ਚਾਹੀਦਾ। ਬੰਦਾ ਸਵੇਰੇ ਸ਼ਾਮ ਇਸ਼ਨਾਨ ਤੇ ਜ਼ੋਰ ਦੇ ਰਿਹਾ ਹੈ ਪਰ ਜ਼ਿੰਦਗੀ ਦੀ ਰੂਹਾਨੀਅਤ ਨੂੰ ਨਹੀਂ ਸਮਝ ਰਿਹਾ। ਇਸ ਲਈ ਇਹ ਇੱਕ ਪਾਣੀ ਵਾਲੇ ਡੱਡੂ ਤੋਂ ਵੱਧ ਹੈਸੀਅਤ ਨਹੀਂ ਰੱਖਦਾ। ਜ਼ਿੰਦਗੀ ਦੇ ਮਹੱਤਵ ਨੂੰ ਨਾ ਸਮਝਣ ਵਾਲਾ ਰੱਬੀ ਮਰਜ਼ਾਦਾ ਤੋਂ ਬਾਹਰ ਹੋ ਗਿਆ। ਸੰਧਿਆ ਪ੍ਰਾਤ ਇਸ਼ਨਾਨ ਕਰਹੀ, ਜਿਉ ਪਏ ਦਾਦਰ ਪਾਣੀ ਮਾਹੀ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਹੀ। ਰਹਾਉ ਗੌੜੀ ਕਬੀਰ ਜੀ ਪੰਨਾ 324। ਤੇ ਸਭ ਧਰਮ ਰਾਏ ਕੈ ਜਾਹੀ ਆਪਣੇ ਮਨ ਦੇ ਮਗਰ ਚੱਲਣ ਵਾਲਾ ਹੰਕਾਰੀ ਹੋ ਜਾਂਦਾ ਹੈ, ਭਾਵ ਆਤਮਕ ਮੌਤੇ ਮਰਦਾ ਹੈ। ਕਾਨੂੰਨ ਤੋੜਨ ਵਾਲਾ ਹੀ ਜੱਜ ਦੀ ਸਜ਼ਾ ਦਾ ਹੱਕਦਾਰ ਹੁੰਦਾ ਹੈ। ਸਾਡੇ ਪਿੰਡਾਂ ਵਿੱਚ ਅਕਸਰ ਹੀ ਦੇਸੀ ਸ਼ਰਾਬ ਤਿਆਰ ਕਰਨ ਵਾਲਿਆਂ ਨੂੰ ਪੁਲਿਸ ਦੇ ਛਾਪਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰੋਂ ਆਉਂਦੀ ਹੋਈ ਪੁਲਿਸ ਨੂੰ ਦੇਖ ਕੇ ਕਾਨੂੰਨ ਤੋੜਨ ਵਾਲੇ ਅੱਗੇ ਲਾ ਕੇ ਭੱਜ ਨਿਕਲਦੇ ਹਨ। ਦੂਜੇ ਪਾਸੇ ਉਹ ਲੋਕ ਵੀ ਰਹਿੰਦੇ ਹਨ ਜੋ ਸਾਊਆਂ ਵਾਲਾ ਜੀਵਨ ਜਿਉਂਦੇ ਹਨ, ਪੁਲਿਸ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੀ। ਇਹੀ ਹਾਲ ਆਤਮਕ ਗੁਣਾਂ ਤੇ ਔਗਣਾਂ ਦਾ ਹੈ। ਔਗਣ ਕਰਨ ਵਾਲਾ ਸੱਚ ਦੀ ਕਚਹਿਰੀ ਵਿੱਚ ਹਮੇਸ਼ਾ ਨੰਗਾ ਹੁੰਦਾ ਹੈ, ਪਰ ਇਸ ਦੇ ਦੂਜੇ ਪਾਸੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਲਾ ਹਰ ਸਮੇਂ ਸੁਰਖਰੂ ਹੁੰਦਾ ਹੈ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾਂ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਸੋਠ ਮਹਲਾ ਪੰਜਵਾਂ ਪੰਨਾ 614। ਹੇ ਭਾਈ, ਜਦੋਂ ਤੋਂ ਤੂੰ ਸੰਤ ਗੁਰੂ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਰਾਸ ਪੂੰਜੀ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਰਹਿ ਗਿਆ ਹੈ। ਮੇਰੇ ਸੁਭਾਵਿਕ ਤੌਰ ਤੇ ਜਨਮਾਂ ਜਮੰਤਰਾਂ ਭਾਵ ਹਰ ਰੋਜ਼ ਘੜੀ ਦੇ ਕੀਤੇ ਕਰਮਾਂ ਦਾ ਸਾਰਾ ਹੀ ਹਿਸਾਬ ਦਾ ਕਾਗਜ਼ ਫੜ ਚੁੱਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ। ਅੱਖਰੀ ਅਰਥਾਂ ਨਾਲ ਹੁਣ ਉਹ ਸਾਨੂੰ ਸੰਤ ਵੀ ਲੱਭਣਾ ਪਏਗਾ ਜਿਹੜਾ ਭਗਤੀ ਦਾ ਰਸਤਾ ਦਿਖਾਉਣ ਦੇ ਸਮਰੱਥ ਹੋਵੇ। ਪਰ ਗੁਰਬਾਣੀ ਦਾ ਤਾਂ ਅਸੀਂ ਭਾਵ ਸਮਝਣ ਦਾ ਯਤਨ ਕਰਾਂਗੇ, ਜਿਸ ਨਾਲ ਇਹ ਅਨੁਭਵ ਹੁੰਦਾ ਹੈ ਕਿ ਸੰਤਨ ਮੋਕੋ ਪੂੰਜੀ ਸੌਂਪੀ, ਭਾਵ ਗੁਰ ਗਿਆਨ ਦੁਆਰਾ ਮਨ ਦੇ ਤੋਂ ਉਤਰਿਆ ਮਨ ਕਾ ਧੋਖਾ, ਧਵਾਂਖ ਵਾਂਗ ਚਿੰਬੜੇ ਹੋਏ ਫਿਕਰ ਚਿੰਤਾਵਾਂ ਸੰਸੇ ਆਦਿ ਤੋਂ ਮੁਕਤੀ ਮਿਲ ਸਕਦੀ ਹੈ। ਜਦੋਂ ਮਨ ਵਿੱਚ ਧੋਖਾ